ਜਿਹੜਾ ਠੰਡਾ नहीं पवेगा क्योंकि पिछले 82 दिनों तो दोनों अध्यापक ਜਿਹੜੇ टैंकी ते चढ़े हुए सन अपनी मंगां दे खातिर। अमन ते परम फाजिलका दे दोनों अध्यापक ने ਅਤੇ देसू माजरा दे विच टैंकी ते अपनियां हक्कां ते मंगां दे खातिर लगातार रोस प्रदर्शन भी कर रहे सन। ते जेकर पिछले दिनों बीते दिनों की गल करिए तां बीते दिनों दे विच मौसम भी बहुत खराब रहा, पर फिर भी दोनों अध्यापक टैंकी ते डटे रहे। पर हुण बाकी अध्यापकों के वलों जदों जोर पाया गया तां उन्हां दे वलों इन्हां नूं हेठां उतारिया गया टैंकी तो, क्योंकि बहुत ज़्यादा दोनों अध्यापकों की जिहड़ी सेहत हुण खराब हो रही सी। पर नीचे आके भी टैंकी तो हेठां आके भी उन्हां अध्यापकों के वलों कहा गया कि बेशक जिहड़ा पंजाब दे विच चोण जाब्ता लग गया होवे पर उन्हां दा संघर्ष जिहड़ा ठंडा नहीं पवेगा। एक बार तुहानूं पूरीआं असीं तस्वीरां दिखा दिंदे हां कि जिस तरीके दे नाल रात दे समय उन्हां नूं टैंकी तो हेठां उतारिया गया तां बाकी अध्यापकों के वलों जिहड़े अध्यापक उत्थे मौजूद सन उन्हां दे वलों उन्हां दोनों अध्यापकों की जिहड़ी हौसला अफजाई की गई अते बाकी जिहड़े उत्थे अध्यापक सन उन्हां दे वलों यह भी कहा गया कि आने वाले समय दे विच भी जिहड़े टैट पास बेरोजगार अध्यापक ने जदों तक उन्हां दीयां मंगां नहीं मन्नियां जांदियां, बेशक जिहड़ा पंजाब दे विच चोण जाब्ता लग गया होवे पर उदों तक उन्हां दा संघर्ष जिहड़ा ठंडा नहीं पवेगा। 82 दिनों का संघर्ष जिंदाबाद 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 82 दिनों का संघर्ष जिंदाबाद 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 अमन राणा जिंदाबाद 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 परमपाल लुटेरिया जिंदाबाद जिंदाबाद जिंदाबाद। ये जो तुहानू तस्वीरां च लाइव दिखा रहे हैं इहदा नाम अमन राणा ते एक पिछे होर इहनां साथी जो कि 82 दिन बाद अज टैंकी के उपरों पानी की टैंकी के उपरों उतारे जा रहे हैं। अमन परमपाल जिंदाबाद जिंदाबाद जिंदाबाद। आजो 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 आगे यूनियन जिंदाबाद 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 पंजाब सरकार मुर्दाबाद 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 अमन तेरी सोच ते लहरा देंगे ठोक के अमन परमपाल तेरी सोच ते लहरा देंगे ठोक। की नाम परमपाल है नाम सर कहना तो नहीं सानू चाहिए, असी कुछ पुछण दे हकदार भी नहीं लगते भी तुसीं इन्ना समा उपर रह के आए हो। की अपील करना चाहते हो सरकार नूं? सर ਅਸੀਂ अपील करना चाਹੁੰਦੇ ਹਾਂ ਸਰਕਾਰ ਨੂੰ ਵੀ ਜੋ ਸਾਡੀਆਂ ਜਾਇਜ਼ ਮੰਗਾਂ ਨੇ ਕਾਫੀ ਟਾਈਮ ਤੋਂ ਸਰ ਸਾਡੀਆਂ ਚੱਲ ਰਹੀਆਂ 4.5 ਸਾਲ ਤੋਂ ਮਤਲਬ ਕਿ ਹੁਣ 5 ਸਾਲ ਹੀ ਹੋ ਗਏ ਚੋਣ ਜਾਬਤਾ ਲੱਗ ਚੁੱਕਿਆ। 5 ਸਾਲ ਤੋਂ ਅਸੀਂ ਸੰਘਰਸ਼ ਕਰਕੇ ਪਹਿਲਾਂ 2364 ਪੋਸਟ ਲਈ ਸੀ, ठीक है जी, ਉਹ ਕੋਰਟ 'ਚ ਚਲੀ ਗਈ। ਉਸ ਤੋਂ ਬਾਅਦ 6635 ਜੋ ਸਾਡੇ ਸੁਰਿੰਦਰਪਾਲ ਵੀਰ 135 ਦਿਨ ਟਾਵਰ ਤੇ ਰਹਿ ਕੇ ਉਹਨਾਂ ਨੇ 6635 ਪੋਸਟ ਲਈ। ਉਹਦੇ ਵਿੱਚ ਉਹ ਸਰਕਾਰ ਨੇ ਇਹੋ ਜਿਹੇ ਕੁੰਡੀਆਂ ਰੱਖ ਕੇ ਉਹ ਵੀ ਹੁਣ ਕੋਰਟ 'ਚ ਲਿਜਾ ਰੱਖੀ ਹੈ। ਤੇ ਇਸ ਤੋਂ ਬਾਅਦ ਸਾਡੀ 5994 ਦਾ ਜੋ ਅਖਬਾਰ ਵਿੱਚ ਇਹਨਾਂ ਨੇ ਨੋਟੀਫਿਕੇਸ਼ਨ ਦੇਤਾ ਸੀ ਤੇ ਸਾਈਟ ਤੇ ਅਜੇ ਨੋਟੀਫਿਕੇਸ਼ਨ ਨਹੀਂ ਦਿੱਤਾ। ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਉਹ ਸਾਡਾ ਜਲਦੀ ਸਾਈਟ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਤੇ ਆਉਣ ਵਾਲਾ 2022 ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਇਹਦੇ ਵਾਸਤੇ ਇਹਨੂੰ ਕਿਵੇਂ ਦੇਖਦੇ ਹੋ? ਸਰ ਇਹ ਜਿਹੜੀਆਂ ਚੋਣਾਂ ਆ ਰਹੀਆਂ ਨੇ ਜਿੱਦਾਂ ਅਸੀਂ ਰੁਲ ਰਹੇ ਹਾਂ ਇੱਦਾਂ ਹੀ ਅਸੀਂ ਇਹਨਾਂ ਨੂੰ ਘਰਾਂ 'ਚ ਸਵਾਲ ਪੁੱਛਾਂਗੇ। ਜਿਵੇਂ ਅਸੀਂ ਅੱਜ ਸਾਨੂੰ ਲਗਭਗ 80-85 ਦਿਨ ਹੋ ਗਏ ਟੈਂਕੀ 'ਤੇ ਬੈਠੇ ਨੂੰ, ਇਹਨਾਂ ਨੇ ਸਾਡੀ ਕੋਈ ਬੋਲੋ ਖੈਰ ਜਾਂ ਕੁਝ ਵੀ ਨਹੀਂ ਲਿਆ, ਸਾਰ ਨਹੀਂ ਲਈ। ਅਸੀਂ ਵੀ ਇੱਦਾਂ ਹੀ ਇਹਨਾਂ ਨੂੰ ਪਿੰਡਾਂ 'ਚ ਇੱਕ ਸਵਾਲ ਕਰਾਂਗੇ, ਦੱਸਾਂਗੇ ਵੀ ਸਾਡਾ ਜਿੰਨੇ ਵਾਅਦੇ ਤੁਸੀਂ ਕੀਤੇ ਆ ਉਹਦੇ 'ਚੋਂ ਇੱਕ ਵੀ ਵਾਅਦਾ ਪੂਰਾ ਕੀਤਾ ਦੱਸੋ। ਸੋ ਦੂਸਰਾ ਸਾਥੀ ਵੀ ਸਾਡੇ ਨਾਲ ਮੌਜੂਦ ਹੈ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕੀ ਨਾਮ ਹੈ ਸਰ? ਮੇਰਾ ਨਾਮ ਅਮਨਦੀਪ। ਅੱਜ ਕੀ ਅਪੀਲ ਕਰਨਾ ਚਾਹੁੰਦੇ ਹੋ ਆਪਣੇ ਨਾਲ ਦੇ ਕੇਡਰ ਨੂੰ ਜਾਂ ਆਉਣ ਵਾਲੇ ਯੂਥ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਦੇਖੋ ਜੀ ਸਰ, ਅਸੀਂ ਕੇਡਰ ਜਾਂ ਆਪਣੇ ਯਾਰੂ ਸਾਥੀਆਂ ਨੂੰ ਇਹ ਅਪੀਲ ਕਰਦੇ ਰਾਂਗੇ ਕਿ ਜਿਵੇਂ ਜਿਵੇਂ ਸਰਕਾਰਾਂ ਟਾਈਮ ਦੇ ਨਾਲ ਬਦਲਦੀਆਂ ਨੇ ਆਪਾਂ ਵੀ ਆਪਣੇ ਸੰਘਰਸ਼ ਤਿੱਖੇ ਕਰਾਂਗੇ। ਆਪਾਂ ਵੀ ਇਹਨਾਂ ਦੀਆਂ ਅੜੀਆਂ ਚੋਟੀਆਂ ਦਾ ਜ਼ੋਰ ਲਵਾ ਦਾਂਗੇ। ਕੋਈ ਨਹੀਂ 2022 ਦੀਆਂ ਚੋਣਾਂ ਨੇੜੇ ਨੇ, ਆਪਾਂ ਵੀ ਇਹਨਾਂ ਨੂੰ ਸਵਾਲ ਜਵਾਬ ਕਰਾਂਗੇ ਵੀ 2022 ਵਿੱਚ ਸੱਤਾ ਤੋਂ ਆਉਣ ਤੋਂ ਪਹਿਲਾਂ ਇਹਨਾਂ ਨੇ ਆਪਣੇ ਨਾਲ ਕੀ ਵਾਅਦੇ ਕੀਤੇ ਸੀਗੇ। ਜੇਕਰ ਉਹਨਾਂ ਵਾਅਦਿਆਂ ਦੀ ਸਰਕਾਰ ਖਰੀ ਉਤਰਦੀ ਹੈ ਤਾਂ ਫਿਰ ਤਾਂ ਇਹ ਹੱਕਦਾਰ ਨੇ ਵੋਟਾਂ ਦੇ, ਨਹੀਂ ਤਾਂ ਇਹ ਸਾਡੇ ਵਾਂਗ ਸੜਕਾਂ ਤੇ ਰੁਲਣਗੇ। ਅਸੀਂ ਇਹਨਾਂ ਨੂੰ ਜੜ ਤੋਂ ਲਾ ਕੇ ਰੱਖ ਦਿਆਂਗੇ। ਸੋ ਸਾਡੇ ਨਾਲ ਇਹਨਾਂ ਦੇ ਪ੍ਰਧਾਨ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹਾਂਜੀ ਸਰ, ਇੱਕ ਓਵਰਏਜ ਦਾ ਜੋ ਕਾਫੀ ਟਾਈਮ ਤੋਂ ਸਾਥੀ ਸਾਡੇ ਓਵਰਏਜ ਹੋ ਚੁੱਕੇ ਨੇ ਉਹਨਾਂ ਨੂੰ ਇੱਕ ਵਾਰ ਮੌਕਾ ਜ਼ਰੂਰ ਦਿੱਤਾ ਜਾਵੇ।
ਓਵਰੇਜ ਵਾਲੇ ਸਾਥੀਆਂ ਨੂੰ ਘੱਟੋ ਘੱਟ 5 ਸਾਲ ਦੀ ਜਿਹੜੀ ਰਿਲੈਕਸੇਸ਼ਨ ਹੈ ਜਿਹੜੀ ਉਹ ਜਿਹੜੇ ਸਾਥੀ ਸਾਡੇ ਓਵਰੇ ਹੋ ਚੁੱਕੇ ਨੇ ਉਹ ਸਰਕਾਰ ਦੀਆਂ ਨਲਾਇਕੀਆਂ ਦੇ ਕਰਕੇ। ਕਿਉਂਕਿ ਜਿਸ ਵੇਲੇ ਸਰਕਾਰ ਸੱਤਾ ਵਿੱਚ ਆਈ ਸੀਗੀ ਸੋ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀਗਾ, ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀਗਾ ਕਿ ਜਿਹੜੀ ਆ ਘਰ ਘਰ ਜਿਹੜਾ ਉਹ ਰੁਜ਼ਗਾਰ ਦਿੱਤਾ ਜਾਊਗਾ। ਤਾਂ ਜਿਹੜਾ ਰੁਜ਼ਗਾਰ ਜਿਹੜਾ ਉਹ ਜਿਹੜਾ ਇੱਕ ਫੋਕਾ ਜਿਹੜਾ ਲਾਰਾ ਨਿਕਲਿਆ, ਸੋ ਜਿਹਦੇ ਕਰਕੇ ਸਾਡੇ ਸਾਥੀ ਜਿਹੜੇ ਆ ਉਹ ਸਰਕਾਰ ਜੋ ਸੱਤਾ ਵਿੱਚ ਆਈ ਸੀ ਉਸ ਵੇਲੇ ਤਾਂ ਐਲੀਜੀਬਲ ਸੀਗੇ, ਪਰ ਸਰਕਾਰ ਵੱਲੋਂ ਭਰਤੀਆਂ ਨਾ ਕਰਨ ਦੇ ਕਾਰਨ ਉਹ ਸਾਥੀ ਜਿਹੜੇ ਸਾਡੇ ਓਵਰੇਜ ਹੋ ਗਏ। ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਘੱਟੋ ਘੱਟ ਜਿਹੜਾ 5 ਸਾਲ ਦੀ ਜਿਹੜੀ ਏਅਰ ਰਿਲੈਕਸੇਸ਼ਨ ਹੈ ਜਿਹੜੀ ਉਹ 59-94 ਦੇ ਵਿੱਚ ਜ਼ਰੂਰ ਦਿੱਤੀ ਜਾਵੇ। ਸੋ ਇਹਨਾਂ ਦੇ ਪ੍ਰਧਾਨ ਵੀ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਦੀਪਕ ਜੀ, ਬੜਾ ਲੰਬਾ ਸਮਾਂ ਇੱਥੇ ਸੰਘਰਸ਼ ਕੀਤਾ ਹੈ, ਤੁਹਾਡੇ 2 ਸਾਥੀ ਵੀ 82 ਦਿਨ ਬਾਅਦ ਅੱਜ ਤੁਸੀਂ ਨੀਚੇ ਉਤਾਰੇ ਆ, ਕੀ ਸਰਕਾਰ ਨੂੰ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕਰੇ ਸੀ ਵੀ ਘਰ ਘਰ ਜਿਹੜੀ ਹੈ ਨੌਕਰੀ ਦਿੱਤੀ ਜਾਊਗੀ। ਸੋ ਕੈਪਟਨ ਨੇ 4.5 ਸਾਲ ਸਾਨੂੰ ਜਿਹੜਾ ਸੜਕਾਂ ਤੇ ਰੋਲਿਆ। ਸੀਐਮ ਕੋਲ ਮੋਤੀ ਮਹਿਲ ਨੂੰ ਅਸੀਂ ਜਾਂਦੇ ਸੀਗੇ ਆਦਾ ਹੱਕ ਲੈਣ ਦੇ ਲਈ, ਉੱਥੇ ਪੁਲਿਸ ਦੇ ਕੋਲੋਂ ਸਾਡੇ ਕੋਲ ਡਾਂਗਾ ਪਵਾ ਕੇ ਸਾਨੂੰ ਮੋੜ ਦਿੱਤਾ ਜਾਂਦਾ ਸੀਗਾ, ਪਰਚੇ ਪਾ ਦਿੱਤੇ ਜਾਂਦੇ ਸੀਗੇ। ਸੋ 5 ਸਾਲ ਲਗਾਤਾਰ ਸਰਕਾਰ ਨੇ, ਚਾਹੇ ਉਹ ਕੈਪਟਨ ਸੀਗਾ ਚਾਹੇ ਇਹ ਚੰਨੀ ਸੀਗਾ, ਇਹਨਾਂ ਨੇ ਸਾਨੂੰ ਸੜਕਾਂ ਤੇ ਰੋਲਿਆ। ਡਾਂਗਾ ਜਿਹੜਾ ਸਾਡੀਆਂ ਭੈਣਾਂ ਸਾਡੀਆਂ ਧੀਆਂ ਦੇ ਜਿਹੜੀ ਇਹਨਾਂ ਪੱਤ ਜਿਹੜੇ ਉਹਨਾਂ ਦੀ ਚੁੰਨੀਆਂ ਜਿਹੜੀਆਂ ਫਾੜੀਆਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ। ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਤਾਂ ਫਿਰ ਉਸ ਦੇ ਉਲਟ ਇਹਨਾਂ ਨੇ ਆਹ ਕੰਮ ਕਰਨੇ। ਐਡੀ ਗੰਦੀ ਤੇ ਨਲਾਇਕੀ ਸਰਕਾਰ ਜਿਹੜੀ ਉਹ ਅਸੀਂ ਅਜੇ ਤੱਕ ਨਹੀਂ ਦੇਖੀ। ਤਾਂ ਇਹਨਾਂ ਨੇ ਵਾਅਦੇ ਕੀਤੇ, ਹੁਣ ਤੁਸੀਂ ਦੇਖੋ ਸਾਡੇ ਓਵਰੇਜ ਦਾ ਜਿਹੜਾ ਮਸਲਾ ਉਹ ਹੱਲ ਨਹੀਂ ਕਰਿਆ ਅਜੇ ਤੱਕ ਇਹਨਾਂ ਨੇ ਸਰਕਾਰ ਨੇ। 2364 ਪੋਸਟਾਂ ਇਹਨਾਂ ਦੀ ਨਲਾਇਕੀ ਕਰਕੇ, ਜਿਹੜਾ ਇਹਨਾਂ ਦੇ IAS ਅਫਸਰ ਕ੍ਰਿਸ਼ਨ ਕੁਮਾਰ ਦੀ ਨਲਾਇਕੀ ਕਰਕੇ ਉਹ ਸਾਡੀਆਂ 2364 ਪੋਸਟਾਂ ਜਿਹੜੀਆਂ ਨੇ ਉਹਨਾਂ ਨੂੰ ਰੱਦ ਕਰ ਦਿੱਤਾ। ਫਿਰ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਹੈਗੀਆਂ ਨੇ 6635 ਉਹ ਅੱਜ ਵੀ ਜਿਹੜੀਆਂ ਕੋਰਟ ਦੇ ਵਿੱਚ ਹੁਣ ਅਪੁਆਇੰਟਮੈਂਟ ਲੈਟਰਾਂ ਤੇ ਜਿਹੜੇ ਸਟੇ ਲੱਗਿਆ ਹੋਇਆ ਤੇ 994 ਦਾ ਜਿਹੜਾ ਨੋਟੀਫਿਕੇਸ਼ਨ ਜਿਹੜਾ ਇਹਨਾਂ ਨੇ ਅਖਬਾਰ ਤੇ ਦੇਤਾ, ਆਨਲਾਈਨ ਜਿਹੜਾ ਉਹ ਨਹੀਂ ਕਰਿਆ। ਸੋ ਅੱਜ ਵੀ ਅਸੀਂ ਪ੍ਰੋਟੈਸਟ ਕਰਿਆ ਸੀਗਾ ਵੀ ਸਾਡਾ ਆਨਲਾਈਨ ਜਿਹੜਾ ਹੈ ਸਾਡਾ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਜਾਵੇ। ਤਾਂ ਸੋ ਇਹ DGSC ਸਾਹਿਬ ਨਾਲ ਫੋਨ ਤੇ ਜਿਹੜਾ ਉਹਨਾਂ ਦਾ ਰਾਬਤਾ ਬਣਿਆ ਸੀਗਾ ਕਿ 2-3 ਦਿਨਾਂ ਦੇ ਵਿੱਚ ਜਿਹੜਾ ਹੈ ਉਹ ਤੁਹਾਡਾ ਨੋਟੀਫਿਕੇਸ਼ਨ ਜਿਹੜਾ ਉਹ ਅਸੀਂ ਡਿਪਾਰਟਮੈਂਟ ਦੇ ਵੱਲੋਂ ਅਸੀਂ ਕਰ ਦਿਆਂਗੇ। ਇੱਕ ਗੱਲ ਅਸੀਂ ਇੱਥੇ ਸਿੱਧੀ ਤਰ੍ਹਾਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਸਰਕਾਰ ਨੂੰ, 2 ਦਿਨਾਂ ਦੇ ਵਿੱਚ ਸਾਡਾ ਨੋਟੀਫਿਕੇਸ਼ਨ ਜਿਹੜਾ ਆਨਲਾਈਨ ਜਿਹੜਾ ਸਾਈਟ ਤੇ ਪੈਣਾ ਚਾਹੀਦਾ ਹੈ। ਸਾਡੇ ਟੈਂਕੀ ਤੇ ਸਾਥੀ ਤਾਂ ਉਤਰਿਆ ਹੈ, ਚੋਣ ਜਾਬਤਾ ਲੱਗ ਚੁੱਕਿਆ ਹੈ, ਪਰ ਇੱਥੇ ਅਸੀਂ ਚੈਲੰਜ ਕਰਕੇ ਮੀਡੀਆ ਰਾਹੀਂ ਤੁਹਾਡੇ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਹਾਂ ਸਰਕਾਰ ਨੂੰ, ਸਰਨਜੀਤ ਚੰਨੀ ਤੇ ਪ੍ਰਗਟ ਸਿੰਘ ਤੇ ਹੋਰ ਵੀ ਜਿਹੜੇ ਮੰਤਰੀ ਹੈਗੇ ਆ MLA ਹੈਗੇ ਨੇ ਉਹ ਧਿਆਨ ਨਾਲ ਗੱਲ ਸੁਣ ਲੈਣ। ਅਸੀਂ ਪਿੰਡਾਂ ਦੇ ਵਿੱਚ ਵੜਨ ਤੋਂ ਪਹਿਲਾਂ ਇਹਨਾਂ ਨੂੰ ਸਵਾਲ ਪੁੱਛਣੇ ਆ ਵੀ ਤੁਸੀਂ ਸਾਡੇ ਲਈ ਕੀ ਕੀਤਾ, ਸਾਨੂੰ ਟੈਂਕੀਆਂ ਤੇ ਤੁਸੀਂ ਚੜਾਇਆ, ਨਹਿਰਾਂ ਤੇ ਛਾਲਾਂ ਤੁਸੀਂ ਮਰਵਾਈਆਂ, ਕੀ ਕੰਮ ਜਿਹੜਾ ਉਹ ਤੁਸੀਂ ਨਹੀਂ ਕਰਵਾਇਆ ਸਾਡੇ ਕੋਲੋਂ ਰੁਜ਼ਗਾਰ ਲੈਣ ਦੇ ਵਾਸਤੇ, ਤਾਂ ਕੀ ਮੂੰਹ ਲੈ ਕੇ ਆਏ ਹੋ ਸਾਡੇ ਕੋਲੋਂ ਵੋਟਾਂ ਲੈਣ ਦੇ ਲਈ। ਸੋ ਅਸੀਂ ਇੱਥੇ ਚੈਲੰਜ ਕਰਕੇ ਚੱਲਿਆ ਇਸ ਗੰਦੀ ਸਰਕਾਰ ਨੂੰ ਕਿ MLA ਜਿਹੜੇ ਜਾਂ ਮੰਤਰੀ ਹੈਗੇ ਆ ਉਹ ਸਾਡਾ ਹੱਲ ਕਰਕੇ 2 ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਸਾਡਾ ਆਨਲਾਈਨ ਪਾ ਦੇਣ, ਨਹੀਂ ਤਾਂ ਅਸੀਂ ਸਾਰੇ ਜਿਹੜੇ ਪ੍ਰਬੰਧ ਕਰ ਰੱਖਿਆ ਪਿੰਡਾਂ ਦੇ ਵਿੱਚ ਸਾਡੀਆਂ ਟੀਮਾਂ ਬਣ ਚੁੱਕੀਆਂ ਨੇ। ਹਰੇਕ ਮੋੜ ਤੇ ਇਹਨਾਂ ਨੂੰ ਸਵਾਲ ਕਰਨ ਦੇ ਲਈ ਸਾਡਾ ਬੇਰੁਜ਼ਗਾਰ ਉੱਥੇ ਖੜਾ ਹੋਊਗਾ ਮੋੜ ਤੇ, ਉਹਨਾਂ ਦਾ ਜਵਾਬ ਜਿਹੜਾ ਹੈ ਇਹ ਸਰਕਾਰ ਨੂੰ ਜਿਹੜਾ ਉਹ ਦੇਣਾ ਪਊਗਾ। ਸੋ ਸਾਡਾ ਮੈਡਮ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਮੈਡਮ, ਕੀ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ, ਅੱਜ ਤੁਸੀਂ ਇਹਨਾਂ ਨੂੰ ਨੀਚੇ ਉਤਾਰਨ ਵੀ ਆਏ ਹੋ? ਅਸੀਂ ਪਿਛਲੇ 5 ਸਾਲਾਂ ਤੋਂ ਜਿਹੜਾ ਲਗਾਤਾਰ ਸੰਘਰਸ਼ ਕਰ ਰਹੇ ਹਾਂ, ਕਿਉਂਕਿ ਪਹਿਲਾਂ ਬੈਕਲੌਗ ਦੀਆਂ ਪੋਸਟਾਂ ਜਿਹੜੀਆਂ 2364 ਪੋਸਟਾਂ ਆਈਆਂ ਸੀਗੀਆਂ ਉਹ ਬੈਕਲੌਗ ਦੀਆਂ ਬਾਏ ਹਾਈ ਕੋਰਟ ਦੇ ਰਾਹੀਂ, ਮਾਨਯੋਗ ਹਾਈ ਕੋਰਟ ਦੇ ਰਾਹੀਂ ਪੋਸਟਾਂ ਆਈਆਂ ਸੀ, ਉਹਨਾਂ ਪੋਸਟਾਂ ਨੂੰ ਵੀ ਕਢਵਾਉਣ ਦੇ ਲਈ ਸਾਨੂੰ ਨੋਟੀਫਿਕੇਸ਼ਨ ਕਰਵਾਉਣ ਦੇ ਲਈ ਇੱਕ ਐਜੀਟੇਸ਼ਨ ਕਰਨੀ ਰਹੀ। ਤਾਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਵੀ ਸਰਕਾਰ ਉਲੰਘਣਾ ਕਰ ਰਹੀ ਹੈ, ਕਿਤੇ ਉਸ ਜਿਹੜੇ ਮਾਨਯੋਗ ਸੁਪਰੀਮ ਕੋਰਟ ਨੂੰ, ਹਾਈ ਕੋਰਟ ਨੂੰ ਵੀ ਟੱਚ ਜਾਣ ਰਹੇ ਆ। ਕ੍ਰਿਸ਼ਨ ਕੁਮਾਰ ਜੀ ਨੇ ਜਿੰਨੀਆਂ ਵੀ ਪਿਛਲੇ ਭਰਤੀਆਂ ਹੋਈਆਂ ਉਹਨਾਂ ਦੇ ਵਿੱਚ ਕੋਈ ਨਾ ਕੋਈ ਖਾਮੀਆਂ ਜ਼ਰੂਰ ਛੱਡੀਆਂ, ਜਾਂ ਤਾਂ ਸਰਕਾਰ ਵੱਲੋਂ ਅਣਗਹਿਲੀ ਹੋਈ ਜਾਂ ਉਹਨਾਂ ਨੂੰ ਜਾਣ ਬੁੱਝ ਕੇ ਹੋਈ ਤਕਨੀਕੀ ਗਲਤੀਆਂ ਕਾਰਨ, ਤਾਂ ਕਿ ਜਿਹੜੀਆਂ ਭਰਤੀਆਂ ਸਿਰੇ ਨਾ ਚੜ੍ਹਨ। ਸਰਕਾਰ ਦੀ ਨਲਾਇਕੀ ਕਾਰਨ 4.5 ਸਾਲ 2364 ਨੂੰ ਜਿਹੜੇ ਆਰਡਰ ਨਹੀਂ ਮਿਲ ਸਕੇ, ਜਿਹੜੇ ਬੱਚੇ ਓਵਰੇਜ ਹੋ ਗਏ। ਉਸ ਤੋਂ ਬਾਅਦ ਜਿਹੜੀਆਂ 66 ਪੋਸਟਾਂ ਕਢਾਉਣ ਦੇ ਲਈ ਸਾਡੇ ਇਸ ਜਿਹੜੇ ਬੱਚੇ ਨੂੰ 135 ਦਿਨ ਟਾਵਰ ਤੇ ਰਹਿਣਾ ਪਿਆ। ਤਾਂ ਅਸੀਂ ਸਵਾਲ ਕਰਦੇ ਹਾਂ ਕਿ ਜੇ ਨਵੀਆਂ ਪੋਸਟਾਂ ਕਢਾਈਆਂ ਉਹਦੇ ਲਈ ਵੀ ਬਹੁਤ ਵੱਡੀ ਐਜੀਟੇਸ਼ਨ ਕਰ ਰਹੀ। ਜਦੋਂ ਸਰਕਾਰ ਨੂੰ ਅਸੀਂ ਬਣਾਉਨੇ ਆ, ਕੁਰਸੀਆਂ ਤੇ ਬਿਠਾਉਨੇ ਆ, ਅਸੀਂ ਕੋਈ ਸ਼ਰਤ ਨਹੀਂ ਰੱਖਦੇ ਕਿ ਤੁਸੀਂ ਐਜੀਟੇਸ਼ਨ ਕਰਨੀ ਆ ਤੇ ਫਿਰ ਅਸੀਂ ਤੁਹਾਨੂੰ ਕੁਰਸੀਆਂ ਬਿਠਾਉਣੇ। ਅਸੀਂ ਚੁੱਪਚਾਪ 5 ਸਾਲਾਂ ਬਾਅਦ ਉਹਨਾਂ ਨੂੰ ਕੁਰਸੀਆਂ ਤੇ ਵਿਰਾਜਮਾਨ ਕਰ ਦਿੰਨੇ ਆ ਕਿ ਤੁਸੀਂ ਸਾਡੇ ਲਈ ਰੁਜ਼ਗਾਰ ਦਿਓ। ਤਾਂ ਇਹ ਚੋਣਾਂ ਵੇਲੇ ਸਾਡੇ ਨਾਲ ਇੱਕ ਵਾਅਦਾ ਹੋਰ ਕਰਦੇ ਆ ਪਰ ਭੁੱਲ ਜਾਂਦੇ ਆ। ਪਰ ਹੁਣ ਸਰਕਾਰ ਨੂੰ ਇੱਕ ਚੇਤਾਵਨੀ ਦਿੰਨੇ ਆ ਕਿ ਜਿੰਨੇ ਧੋਖੇ
ਜਿੰਨੀਆਂ ਪੋਸਟਾਂ ਸਾਡੀਆਂ ਰੱਦ ਕੀਤੀਆਂ, ਜਿੰਨੇ ਸਾਡੀ ਪੰਜਾਬ ਦੀ ਨੌਜਵਾਨੀ ਨੂੰ ਤੁਸੀਂ ਖਤਮ ਕੀਤਾ ਏ, ਤਾਂ ਇਸ ਦਾ ਹਿਸਾਬ ਜਿਹੜਾ ਹੁਣ ਅਸੀਂ ਪਹਿਲਾਂ ਨਹੀਂ ਲਿਆ, ਪਰ ਹੁਣ ਅਸੀਂ ਆਪਦੀ ਗਲਤੀ ਸੁਧਾਰੀ। 2022 ਦੇ ਵਿੱਚ ਅਸੀਂ ਆਪਦੀਆਂ ਪੰਜਾਬ ਦੀਆਂ ਜਿਹੜੀਆਂ ਪੂਰੀਆਂ ਜਥੇਬੰਦੀਆਂ ਇਕੱਠੀਆਂ ਕਰਾਂਗੇ, ਤਾਂ ਅਸੀਂ ਆ ਜਿਹੜਾ ਐਲਾਨ ਕਰਦੇ ਹਾਂ ਕਿ ਜਿਹੜਾ ਅੱਜ ਕੱਲ੍ਹ ਦੀਆਂ ਲਗਾਤਾਰ ਮੀਟਿੰਗਾਂ ਸਾਡੀਆਂ ਲਗਭਗ ਜੇ ਨਹੀਂ ਮੀਟਿੰਗਾਂ ਤਾਂ 20 ਤੋਂ 22 ਮੀਟਿੰਗਾਂ ਜਿਹੜੀਆਂ ਹੋਈਆਂ, ਜਿਨ੍ਹਾਂ ਦੇ ਵਿੱਚ ਮੈਂ ਵੀ ਸ਼ਾਮਲ ਸੀਗੀ, ਤਾਂ ਸਰਕਾਰ ਨੇ ਸਾਨੂੰ ਇੱਕ ਲਾਰਾ ਲਾ ਕੇ ਇਸ ਦਿਨ ਤੱਕ ਲਿਆਂਦਾ ਕਿ ਚੋਣ ਜਾਬਤਾ ਲੱਗ ਜੇ, ਇਹ ਲੋਕ ਆਪਣੇ ਆਪ ਘਰਾਂ ਨੂੰ ਚਲੇ ਜਾਣਗੇ। ਸਾਡੇ ਨਾਲ ਇੱਕ ਬਹੁਤ ਵੱਡਾ ਧੋਖਾ ਕੀਤਾ। ਇੱਕ ਗੱਲ ਜ਼ਰੂਰ ਦੱਸਣੀ ਚਾਹਾਂਗੀ ਕਿ ਸਿੱਖਿਆ ਮੰਤਰੀ ਜੀ ਨੇ ਹਮੇਸ਼ਾ ਸਾਨੂੰ ਵਿਸ਼ਵਾਸ ਦਿਵਾਇਆ। ਕੱਲ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਸੀਐਮ ਸਾਹਿਬ ਕੋਲੇ ਜਾਓ। ਅਸੀਂ ਸੀਐਮ ਸਾਹਿਬ ਕੋਲੇ ਗਏ ਆ, ਉਹਨਾਂ ਨੇ ਇੱਕ ਟੁੱਕ ਸਾਨੂੰ ਜਵਾਬ ਦਿੱਤਾ, ਕੋਈ ਸਾਡੀ ਗੱਲ ਨਹੀਂ ਸੁਣੀ ਨਾ। ਕੱਲ ਵਾਲੀ ਮੀਟਿੰਗ 'ਚ ਰਾਤ ਅਸੀਂ ਲਗਭਗ 1:45 ਵਜੇ ਸੀਐਮ ਹਾਊਸ ਤੋਂ ਵਾਪਸ ਆਏ ਆ, ਕੋਈ ਸਾਡੀ ਸੁਣਾਈ ਨਹੀਂ ਗੱਲ ਹੋਈ। ਅੱਜ ਵੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਅਸੀਂ ਸੀਐਮ ਹਾਊਸ ਵਿੱਚ ਸਿਰਫ ਨੋਟੀਫਿਕੇਸ਼ਨ ਦੇ ਲਈ ਅਸੀਂ ਜਿਹੜੀ ਰਿਕੁਐਸਟ ਕਰਦੇ ਰਹੇ ਆ ਕਿ ਇਸ ਦਾ ਜਿਹੜਾ ਨੋਟੀਫਿਕੇਸ਼ਨ, ਜਦੋਂ ਤੁਸੀਂ ਹੋਰ ਨੋਟੀਫਿਕੇਸ਼ਨ ਕਰ ਰਹੇ ਹੋ ਤਾਂ ਸਾਡੇ ਜਿਹੜੇ ਬੱਚੇ ਬੇਰੁਜ਼ਗਾਰ ਇੰਨੀ ਦੇਰ ਤੋਂ 5 ਸਾਲਾਂ ਤੋਂ ਉਡੀਕ ਰਹੇ ਆ, ਤੁਸੀਂ ਨੋਟੀਫਿਕੇਸ਼ਨ, ਉਹਨਾਂ ਨੇ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ, ਤਾਂ ਕੋਈ ਸਾਡਾ ਅੱਜ ਨੋਟੀਫਿਕੇਸ਼ਨ ਨਹੀਂ ਕੀਤਾ। ਸ਼ਾਇਦ ਉਹਨਾਂ ਨੂੰ ਲੱਗਦਾ ਕਿ ਸਾਡੀ ਕੁਰਸੀ ਸੀਐਮ ਦੀ ਅਗਲੀ ਤਿਆਰ ਹੈ। ਮਤ ਸੋਚੋ ਐਸਾ ਕਿ ਸਾਨੂੰ ਕਮਜ਼ੋਰ ਸਮਝੋ। ਅਸੀਂ ਸਾਡੀਆਂ ਜਿੰਨੀਆਂ ਵੀ ਭਰਤੀਆਂ ਲਟਕਦੀਆਂ ਏ, ਅਸੀਂ ਕਹਿੰਨੇ ਕਿ ਜਿਹੜੀ ਸਰਕਾਰ ਸਾਨੂੰ ਦੇਵੇਗੀ ਅਸੀਂ ਉਹਦਾ ਸਾਥ ਦੇਵੇ। ਪਹਿਲਾਂ ਵੀ ਮੀਡੀਆ ਨੇ ਸਵਾਲ ਪੁੱਛੇ, ਇਦੋਂ ਪਹਿਲਾਂ ਫੋਨ ਆਏ ਕਿ ਤੁਸੀਂ ਕਿਸ ਦਾ ਸਾਥ ਦੇਵਾਂਗੇ। ਬਿਲਕੁਲ ਨਹੀਂ, ਅਸੀਂ ਸਾਡੇ ਨਾਲ ਵਾਅਦਾ ਕਰਕੇ ਭੁੱਲਾਂਗੇ। ਅਸੀਂ 2022 ਦੇ ਵਿੱਚ ਜਿਹੜੀ ਸਰਕਾਰ ਸਾਨੂੰ ਜਿਹੜਾ ਆ ਇਸ ਨੋਟੀਫਿਕੇਸ਼ਨ ਪਹਿਲਾਂ ਕਰਕੇ ਦੇਵੇ, ਵਾਅਦਾ ਕਰੇ, ਜਿੰਨੀਆਂ ਭਰਤੀਆਂ ਲਟਕਦੀਆਂ 2000 ਦੀ ਪੁਰਾਣੀ 4 ਤੋਂ ਬਾਅਦ ਜਿਹੜੀ ਪੈਨਸ਼ਨ ਬਹਾਲੀ ਦੀ, ਜਿੰਨੀਆਂ ਸਾਡੀਆਂ ਜਿਹੜੇ 37 ਪੱਟੇ, ਇੱਕ ਤੁਹਾਡੇ ਹੋਰ ਧਿਆਨ ਚ ਲਾਉਣੀ, ਸਰਕਾਰ ਚੋਣਾਂ ਵੇਲੇ ਦਿੰਦੀ ਆ ਪਰ ਮੁਲਾਜ਼ਮਾਂ ਦੇ 37 ਪੱਟੇ ਆ ਜਿਹੜੇ ਉਹ ਕੱਟੇ ਗਏ ਆ। ਉਹਨਾਂ ਚੋਂ ਇੱਕ ਪੱਤਾ ਪਿੰਡੂ ਜਿਹੜਾ ਪੱਤਾ ਮਿਲਦਾ ਸੀਗਾ, ਤਾਂ ਉਹ 3000 ਇੱਕ ਮੁਲਾਜ਼ਮ ਦੀ ਤਨਖਾਹ ਹੈ ਜਿਹੜੀ ਉਹ ਇਸ ਟਾਈਮ ਕੱਟੀ ਗਈ ਆ, ਜਦੋਂ ਕਿ ਇਹਨਾਂ ਨੇ ਆਪਣੇ ਪੱਤੇ ਵਧਾਉਂਦੇ ਆ ਤੇ ਸਾਡੇ ਪੱਤੇ ਕੱਟਦੇ ਆ। ਵੇਖੋ ਅੱਜ ਸਰਕਾਰ ਦੀ ਨਲਾਇਕੀ ਕਿ ਅੱਜ ਜਿਹੜੇ ਆ ਦੇਣਾ ਤਾਂ ਹੱਥਾਂ 'ਚ ਰੁਜ਼ਗਾਰ ਸੀਗਾ ਤੇ ਚੜਾ ਦਿੱਤੇ ਟੈਂਕੀਆਂ ਤੇ। ਸੋਏ ਸਾਥੀਆਂ ਨੂੰ ਵਧਾਈ ਦਿੰਦੀ ਆ ਮੈਂ ਇੱਕ ਗੱਲ ਲਈ ਕਿ ਇਹ ਕ੍ਰਾਂਤੀਕਾਰੀ ਨੌਜਵਾਨ ਆਪਦੀ ਨੌਜਵਾਨੀ ਨੂੰ ਬਚਾਉਣ ਵਾਲੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਗੱਲ ਸਰਕਾਰ ਨੂੰ ਪਤਾ ਲੱਗ ਗਿਆ ਕਿ ਕੋਟਾ ਰਾਹੀਂ ਭਰਤੀਆਂ ਜਿਹੜੀਆਂ ਉਹ ਕਿਵੇਂ ਰੱਦ ਕਰਾਉਣੀਆਂ, ਪਰ ਹੁਣ ਸਾਨੂੰ ਪਤਾ ਕਿ ਇਹ ਭਰਤੀਆਂ ਅਸੀਂ ਦੁਬਾਰਾ ਕਿਵੇਂ ਬਹਾਲ ਕਰਾਉਣੀਆਂ। ਵਾਅਦਾ ਹੈ ਇਸ ਕੇਡਰ ਨਾਲ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਕੇਡਰ ਦੀ ਭਰਤੀ ਜਿਹਦੀ ਹੁੰਦੀ ਸੀ ਉਹਨੂੰ ਲਾਗੂ ਕਰਾਵਾਂਗੇ, ਪਾਣੀ ਪੈਨਸ਼ਨ ਬਹਾਲ ਕਰਾਵਾਂਗੇ। ਇਹ ਸਾਡਾ ਮਿਸ਼ਨ 2022 ਦਾ ਇਹ ਸਾਡਾ ਏਜੰਡਾ ਹੈ, ਇਹਨੂੰ ਅਸੀਂ ਲਾਗੂ ਕਰਵਾ ਕੇ ਰਵਾਂਗੇ। ਧੰਨਵਾਦ। ਉਹ ਸਾਡੇ ਨਾਲ ਸਾਮਾ ਜੀ ਬੜਾ ਲੰਬਾ ਸਮਾਂ ਤੁਸੀਂ ਵੀ ਇੱਥੇ ਰਹੇ ਹੋ, ਇੰਨੇ ਪ੍ਰੋਟੈਸਟ ਵੀ ਕੀਤੇ ਨੇ ਤੇ ਅੱਜ ਮੀਂਹ ਵਿੱਚ 2 ਸਾਥੀ ਵੀ ਨੀਚੇ ਉਤਾਰੇ ਆ। ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਸਰਕਾਰ ਨੂੰ ਅਪੀਲ ਤਾਂ ਨਹੀਂ, ਤੇ ਚੇਤਾਵਨੀ ਦੇਣਾ ਚਾਹਾਂਗੇ। ਚੇਤਾਵਨੀ ਸਾਡੀ ਇਹ ਹੈ, ਇਹ ਟੈਂਕੀ ਦੇ ਥੱਲੇਓ ਕਿ ਛੋਟੀ ਹਾਥੀ ਸਾਡੇ ਤਿਆਰ ਨੇ, ਸਪੀਕਰ ਉੱਤੇ ਗੜਤੇ ਨੇ, ਤੇ ਇਹਨਾਂ ਨੂੰ ਦੱਸ ਦਈਏ ਕਾਂਗਰਸ ਸਰਕਾਰ ਨੂੰ ਤੇ ਬੀਜੇਪੀ ਨੂੰ ਵੀ ਨਾਲ ਦੀ ਨਾਲ ਕਿ ਐਨਸੀਟੀ ਦੀਆਂ ਜਿਹੜੀਆਂ ਨੇ ਗਲਤ ਨੀਤੀਆਂ ਕਰਕੇ ਤੇ ਕਾਂਗਰਸ ਦੀਆਂ ਜਿਹੜੀਆਂ ਗਲਤ ਨੀਤੀਆਂ ਕਰਕੇ ਸਾਡੀਆਂ ਭਰਤੀਆਂ ਕੋਰਟ ਦੇ ਵਿੱਚ ਫਸੀਆਂ ਹੋਈਆਂ ਨੇ, ਤੇ ਨਾਲ ਦੀ ਨਾਲ ਬੀਜੇਪੀ ਵੀ, ਇਹਨਾਂ ਨੂੰ ਵੀ ਦੱਸ ਦਈਏ ਕਿ ਐਨਸੀਟੀ ਦੇ ਜਿਹੜੇ ਰੂਲ ਅਮੈਂਡ ਕਰਨੇ ਉਹਨਾਂ ਨੂੰ ਕਰਕੇ ਜਿਹੜੀਆਂ ਭਰਤੀਆਂ ਨੇ ਉਹਨਾਂ ਨੂੰ ਸਾਨੂੰ ਨੇਤਰੇ ਚਾੜਿਆ ਜਾਵੇ। ਤੇ ਕਾਂਗਰਸ ਨੂੰ ਵੀ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਨੋਟੀਫਿਕੇਸ਼ਨ ਹੈ ਜਿਹੜਾ 5994 ਦਾ ਉਹ ਜਿਹੜਾ ਸਾਈਡ ਦੇ ਉੱਪਰ ਪਾਇਆ ਜਾਏ, ਔਰ ਨਹੀਂ ਤਾਂ ਅਸੀਂ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਨਾਸੀ ਤੂੰ ਲਿਆ ਦੇਵਾਂਗੇ, ਭਾਵੇਂ ਉਹ ਕਾਂਗਰਸ ਹੈ ਭਾਵੇਂ ਉਹ ਬੀਜੇਪੀ ਹੈ। ਇਹ ਕੰਨ ਖੋਲ ਕੇ ਸੁਣ ਲੈ, ਇਹ ਸੋਚਦੇ ਫਿਰਦੇ 2022 ਇਹਨਾਂ ਦੇ ਇਹੋ ਜਿਹੇ ਗੋਡੀਆਂ ਲਵਾਵਾਂਗੇ ਕਿ ਸਾਰੀ ਉਮਰ ਯਾਦ ਰੱਖਣਗੇ ਕਿ ਬੇਰੁਜ਼ਗਾਰਾਂ ਦੇ ਨਾਲ ਜਿਹੜਾ ਵਾਹ ਹੈ ਉਹ ਜਿਹੜਾ ਪਿਆ ਇਹ ਪੱਤਾ ਖੇਡ ਰਿਹਾ। ਪੱਤਾ ਕੀ ਖੇਡ ਰਿਹਾ? ਪੌਣੇ 5 ਸਾਲ 4.5 ਸਾਲ ਜਾਂ ਵੋਟ ਇਹਨਾਂ ਨੂੰ ਚੇਤਾ ਨਹੀਂ ਆਇਆ ਕਿ ਇਹਨਾਂ ਨੇ ਨੋਟੀਫਿਕੇਸ਼ਨ ਦੇਣੇ ਨੇ। ਅੱਜ ਚੋਣ ਜ਼ਾਬਤੇ ਤੋਂ ਇੱਕ ਦਿਨ ਪਹਿਲਾਂ ਇਹਨਾਂ ਨੂੰ ਚੇਤੇ ਆ ਰਹੇ ਨੇ ਵੀ ਨੋਟੀਫਿਕੇਸ਼ਨ ਦੇਣੇ ਨੇ। ਇਹ ਪੱਤੇ ਖੇਡ ਰਿਹਾ। 2022 ਦਾ ਜਿਹੜਾ ਰਸਤਾ ਸਾਫ਼ ਕਰ ਰਿਹਾ। ਬੇਰੁਜ਼ਗਾਰ ਇਹਨਾਂ ਨੂੰ ਸਿਖਾਉਣਗੇ ਕਿ ਕਿਸ ਤਰ੍ਹਾਂ ਰਸਤੇ ਜਿਹੜੇ ਉਹ ਸਾਫ਼ ਕਰੀਦੇ ਆ, ਕਿਸ ਤਰ੍ਹਾਂ ਬੇਰੁਜ਼ਗਾਰਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰੀਦਾ। ਇਹ ਰੁਜ਼ਗਾਰ ਹੈ ਜਿਹੜਾ ਇਹਨਾਂ ਨੂੰ ਦੇਣਾ ਪਊਗਾ। 5994 ਜਿਹੜੀ ਭਰਤੀਆਂ ਨੂੰ ਸਾਈਡ ਤੇ ਪਾਉਣ, ਤੇ ਬੀਜੇਪੀ ਨੂੰ ਵੀ ਅਸੀਂ ਚੈਲੰਜ ਕਰਦੇ ਹਾਂ ਅਗਰ ਐਨਸੀਡੀ ਦਾ ਕੋਈ ਵੀ ਈਟੀਟੀ ਦੇ ਵਿਰੁੱਧ ਫੈਸਲਾ ਜਾਂਦਾ ਹੈ ਤਾਂ ਇਹ ਵੇਖ ਲੈਣ ਵੀ ਈਟੀਟੀ ਦੇ ਫੇਵਰ 'ਚ ਕਰਨ, ਨਹੀਂ ਤਾਂ ਇਹਨਾਂ ਦਾ ਅਸੀਂ ਭੰਡੀ ਪ੍ਰਚਾਰ ਹੈ ਜਿਹੜਾ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਬੀਜੇਪੀ ਦਾ ਵੀ ਕਰਾਂਗੇ ਔਰ ਕਾਂਗਰਸ